ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮਿਲ USA ਟੀਵੀ ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਹਨ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਅਮਰੀਕਾ 'ਚ ਜਨਮ ਲੈਣ ਵਾਲੇ ਬੱਚਿਆਂ ਨੂੰ ਮਿਲਦੀ ਰਹੇਗੀ ਨਾਗਰਿਕਤਾ। ਹੁਣ ਕੈਨੇਡਾ ਨੇ ਦਿੱਤਾ ਭਾਰਤੀਆਂ ਨੂੰ ਤਗੜਾ ਝਟਕਾ, ਕਰ ਦਿੱਤਾ ਵੱਡਾ ਐਲਾਨ। ਅਮਰੀਕੀ ਸਦਨ ਨੇ ਪ੍ਰਵਾਸੀ ਹਿਰਾਸਤ ਬਿੱਲ ਕੀਤਾ ਪਾਸ। ਟਰੰਪ ਦੇ ਦਸਤਖਤ ਹੁੰਦੇ ਹੀ ਬਣ ਜਾਵੇਗਾ ਕਾਨੂੰਨ। ਅਮਰੀਕਾ 'ਚ ਲੁੱਟ ਦੇ ਦੋਸ਼ 'ਚ ਭਾਰਤੀ ਮੂਲ ਦੇ 2 ਲੋਕਾਂ ਸਮੇਤ 5 ਖਿਲਾਫ ਮਾਮਲਾ ਦਰਜ। ਅਮਰੀਕਾ 'ਚ 20 ਫਰਵਰੀ ਤੋਂ ਪਹਿਲਾਂ ਸਿਜ਼ੇਰੀਅਨ ਡਿਲੀਵਰੀ ਦੀ ਦੌੜ। ਟਰੰਪ ਸਰਕਾਰ ਦੇ ਇੱਕ ਫੈਸਲੇ ਨਾਲ ਮਚੀ ਖਲਬਲੀ। ਪੰਜਾਬੀ ਮੂਲ ਦੀ ਸਾਂਸਦ ਰੂਬੀ ਟੱਲਾ ਨੇ ਕੈਨੇਡਾ ਦੀ PM ਬਣਨ ਦੀ ਕੀਤੀ ਦਾਅਵੇਦਾਰੀ। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਇੱਕ ਅਮਰੀਕੀ ਸੰਘੀ ਜੱਜ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਦਿੱਤਾ ਹੈ। ਜੱਜ ਨੇ ਟਰੰਪ ਦੇ ਉਸ ਕਾਰਜਕਾਰੀ ਹੁਕਮ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਜਨਮ ਦੇ ਆਧਾਰ ਤੇ ਨਾਗਰਿਕਤਾ ਦੇਣ ਦੇ ਅਧਿਕਾਰ ਨੂੰ ਖਤਮ ਕਰ ਦਿੱਤਾ ਸੀ। ਜੱਜ ਨੇ ਇਸ ਕਾਰਜਕਾਰੀ ਹੁਕਮ ਤੇ ਅਸਥਾਈ ਰੋਕ ਲਗਾ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਫਿਲਹਾਲ ਅਮਰੀਕਾ ਵਿੱਚ ਪੈਦਾ ਹੋਏ ਬੱਚਿਆਂ ਨੂੰ ਉੱਥੇ ਦੀ ਨਾਗਰਿਕਤਾ ਮਿਲਦੀ ਰਹੇਗੀ। ਟਰੰਪ ਨੇ 20 ਜਨਵਰੀ ਨੂੰ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਦੇ ਪਹਿਲੇ ਦਿਨ ਹੀ ਇਸ ਹੁਕਮ ਤੇ ਦਸਤਖਤ ਕੀਤੇ ਸਨ। ਟਰੰਪ ਦੇ ਇਸ ਹੁਕਮ ਵਿਰੁੱਧ 4 ਡੈਮੋਕ੍ਰੈਟਿਕ ਸ਼ਾਸਿਤ ਰਾਜਾਂ ਨੇ ਪਟੀਸ਼ਨ ਦਾਇਰ ਕੀਤੀ ਸੀ: ਵਾਸ਼ਿੰਗਟਨ, ਐਰੀਜ਼ੋਨਾ, ਇਲੀਨੋਇਸ ਅਤੇ ਓਰੇਗਨ। ਇਨ੍ਹਾਂ ਵਰਗੇ ਡੈਮੋਕ੍ਰੈਟਿਕ ਸ਼ਾਸਿਤ ਰਾਜਾਂ ਨੇ ਪਟੀਸ਼ਨ ਵਿੱਚ ਦਾਅਵਾ ਕੀਤਾ ਕਿ ਟਰੰਪ ਦਾ ਹੁਕਮ ਅਮਰੀਕੀ ਸੰਵਿਧਾਨ ਦੇ 14ਵੇਂ ਸੋਧ ਵਿੱਚ ਦਿੱਤੇ ਗਏ ਨਾਗਰਿਕਤਾ ਦੇ ਅਧਿਕਾਰ ਦੀ ਉਲੰਘਣਾ ਕਰਦਾ ਹੈ। ਅਮਰੀਕੀ ਜ਼ਿਲ੍ਹਾ ਜੱਜ ਜੌਨ ਕੋਫਨਰ ਇਸ ਪਟੀਸ਼ਨ ਤੇ ਸੁਣਵਾਈ ਕਰ ਰਹੇ ਹਨ। ਵੀਰਵਾਰ ਨੂੰ ਉਹਨਾਂ ਨੇ ਟਰੰਪ ਪ੍ਰਸ਼ਾਸਨ ਹੁਕਮ ਲਾਗੂ ਨਾ ਕਰਨ ਲਈ ਕਿਹਾ। ਡੋਨਾਲਡ ਟਰੰਪ ਨੇ ਅਹੁਦੇ ਦੀ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਅਮਰੀਕਾ ਵਿੱਚ ਜਨਮ ਤੋਂ ਹੀ ਨਾਗਰਿਕਤਾ ਦੇ ਅਧਿਕਾਰ ਨੂੰ ਖਤਮ ਕਰਨ ਲਈ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ ਸੀ। ਇਸ ਦਾ ਉਦੇਸ਼ ਗੈਰ ਕਾਨੂੰਨੀ ਪ੍ਰਵਾਸੀਆਂ ਜਾਂ ਵੀਜ਼ਾ ਤੇ ਰਹਿ ਰਹੇ ਲੋਕਾਂ ਨੂੰ ਅਮਰੀਕਾ ਵਿੱਚ ਪੈਦਾ ਹੋਏ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਦੇਣ ਤੋਂ ਰੋਕਣਾ ਸੀ। ਜੱਜ ਨੇ ਕਿਹਾ ਹੈ ਕਿ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਕੋਈ ਵੀ ਕਾਨੂੰਨਵਿਦ ਇਹ ਕਿਵੇਂ ਕਹਿ ਸਕਦਾ ਹੈ ਕਿ ਇਹ ਹੁਕਮ ਸੰਵਿਧਾਨਕ ਹੈ। ਇਹ ਉਹਨਾਂ ਦੀ ਸਮਝ ਤੋਂ ਪਰੇ ਹੈ। ਉਹ 4 ਦਹਾਕਿਆਂ ਤੋਂ ਵੱਧ ਸਮੇਂ ਤੋਂ ਬੈਂਚ 'ਚ ਹਨ ਤੇ ਉਹਨਾਂ ਨੂੰ ਕੋਈ ਹੋਰ ਮਾਮਲਾ ਯਾਦ ਨਹੀਂ ਹੈ ਜੋ ਇਸ ਮਾਮਲੇ ਵਿੱਚ ਸਾਫ਼-ਸਾਫ਼ ਸਵਾਲ ਚੁੱਕਦਾ ਹੈ। ਇਹ ਸਪਸ਼ਟ ਤੌਰ ਤੇ ਗੈਰ ਸੰਵਿਧਾਨਕ ਹੁਕਮ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਹਾਲ ਹੀ ਦੇ ਵਿੱਚ ਅਜਿਹਾ ਐਲਾਨ ਕੀਤਾ ਹੈ ਜੋ ਉੱਥੇ ਰਹਿ ਰਹੇ ਭਾਰਤੀਆਂ ਦੇ ਸੁਪਨੇ ਨੂੰ ਵੱਡਾ ਝਟਕਾ ਦੇ ਸਕਦਾ ਹੈ। ਹਾਲ ਹੀ ਦੇ ਵਿੱਚ ਇਮੀਗ੍ਰੇਸ਼ਨ ਮਾਮਲਿਆਂ ਨੂੰ ਸੰਭਾਲਣ ਵਾਲੇ ਵਿਭਾਗ IRCC ਨੇ ਐਲਾਨ ਕੀਤਾ ਹੈ ਕਿ ਉਹ ਅਗਲੇ 3 ਸਾਲਾਂ ਦੇ ਵਿੱਚ 3300 ਨੌਕਰੀਆਂ ਜਾਂ ਆਪਣੇ ਸਟਾਫ ਦਾ ਲਗਭਗ 1/4 ਹਿੱਸਾ ਘਟਾਏਗਾ। ਦੱਸਿਆ ਜਾ ਰਿਹਾ ਹੈ ਕਿ IRCC ਨੇ ਇਹ ਫੈਸਲਾ ਸਰਕਾਰੀ ਖਰਚਿਆਂ ਤੇ ਧਿਆਨ ਕੇਂਦਰਿਤ ਕਰਨ ਦੀ ਸਰਕਾਰ ਦੀ ਪਹਿਲ ਦੇ ਹਿੱਸੇ ਵਜੋਂ ਲਿਆ ਹੈ। IRCC ਦੇ ਇਸ ਫੈਸਲੇ ਦੀ ਪਬਲਿਕ ਸਰਵਿਸ ਅਲਾਈਅੰਸ ਆਫ ਕੈਨੇਡਾ ਅਤੇ ਕੈਨੇਡਾ ਇੰਪਲੋਇਮੈਂਟ ਐਂਡ ਇਮੀਗ੍ਰੇਸ਼ਨ ਯੂਨੀਅਨ ਦੁਆਰਾ ਆਲੋਚਨਾ ਕੀਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਨੌਕਰੀਆਂ ਵਿੱਚ ਕਟੌਤੀ ਕਾਰਨ ਲੰਬਿਤ ਇਮੀਗ੍ਰੇਸ਼ਨ ਮਾਮਲਿਆਂ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਦਾ ਅਸਰ ਭਾਰਤੀਆਂ ਤੇ ਵੀ ਪੈ ਸਕਦਾ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਭਾਰਤੀ ਕੈਨੇਡਾ ਜਾਂਦੇ ਹਨ ਜਿਸ ਲਈ ਉਹਨਾਂ ਨੂੰ IRCC ਵਿਖੇ ਅਰਜ਼ੀਆਂ ਦੇ ਕਈ ਦੌਰਾਂ ਵਿੱਚੋਂ ਲੰਘਣਾ ਪੈਂਦਾ ਹੈ। ਡਰ ਹੈ ਕਿ ਸਟਾਫ ਦੀ ਘਾਟ ਕਾਰਨ ਅਰਜ਼ੀਆਂ ਦੀ ਪ੍ਰਕਿਰਿਆ ਵਿੱਚ ਦੇਰੀ ਭਾਰਤੀਆਂ ਲਈ ਵੀ ਸਮੱਸਿਆਵਾਂ ਪੈਦਾ ਕਰੇਗੀ। IRCC ਨੇ ਇਹ ਨਹੀਂ ਦੱਸਿਆ ਕਿ ਇੱਥੇ ਇਸ ਦੀ ਕਿਹੜੀ ਭੂਮਿਕਾ ਪ੍ਰਭਾਵਿਤ ਹੋਵੇਗੀ, ਪਰ ਕਿਹਾ ਹੈ ਕਿ ਫਰਵਰੀ ਦੇ ਅੱਧ ਵਿੱਚ ਹੋਰ ਵੇਰਵੇ ਪ੍ਰਦਾਨ ਕੀਤੇ ਜਾਣਗੇ। ਦ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ PSAC ਵੈਬਸਾਈਟ ਤੇ ਇੱਕ ਬਿਆਨ ਵਿੱਚ PSAC ਦੇ ਰਾਸ਼ਟਰੀ ਪ੍ਰਧਾਨ ਨੇ ਇਸ ਬਾਰੇ ਕਿਹਾ ਕਿ ਇਹ ਵੱਡੇ ਪੱਧਰ ਤੇ ਕਟੌਤੀਆਂ ਉਹਨਾਂ ਪਰਿਵਾਰਾਂ ਅਤੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾਉਣਗੀਆਂ ਜੋ ਇਨ੍ਹਾਂ ਮਹੱਤਵਪੂਰਨ ਜਨਤਕ ਸੇਵਾਵਾਂ ਤੇ ਨਿਰਭਰ ਕਰਦੇ ਹਨ ਅਤੇ ਇਸ ਨਾਲ ਵੱਧਦਾ ਇਮੀਗ੍ਰੇਸ਼ਨ ਸੰਕਟ ਹੋਰ ਵੀ ਬੱਤਰ ਹੋ ਜਾਵੇਗਾ। ਉਸਨੇ ਅੱਗੇ ਇਹ ਵੀ ਕਿਹਾ ਕਿ ਜਨਤਕ ਸੇਵਾਵਾਂ ਵਿੱਚ ਵਿਆਪਕ ਕਟੌਤੀਆਂ ਹਮੇਸ਼ਾ ਕੈਨੇਡੀਅਨਸ ਦੇ ਸਭ ਤੋਂ ਕਮਜ਼ੋਰ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਹਜ਼ਾਰਾਂ ਕਾਮਿਆਂ ਨੂੰ ਅਨਿਸ਼ਚਿੰਤਤਾ ਵਿੱਚ ਛੱਡ ਦਿੰਦੀਆਂ ਹਨ।
IRCC ਸਟਾਫ ਨਾਗਰਿਕਤਾ, ਸਥਾਈ ਨਿਵਾਸ ਅਤੇ ਪਾਸਪੋਰਟ ਅਰਜ਼ੀਆਂ ਦੀ ਪ੍ਰਕਿਰਿਆ ਕਰਦਾ ਹੈ। ਉਹ ਇੰਟਰਵਿਊ ਵੀ ਕਰਦੇ ਹਨ। ਪਿਛਲੇ ਮਹੀਨੇ ਇਮੀਗ੍ਰੇਸ਼ਨ ਪ੍ਰੋਸੈਸਿੰਗ ਸਮਾਂ ਰਿਕਾਰਡ ਬੈਕਲੌਗ ਤੇ ਪਹੁੰਚ ਗਿਆ ਸੀ। CEIU ਦੀ ਰਾਸ਼ਟਰੀ ਪ੍ਰਧਾਨ ਰੂਬੀਨਾ ਨੇ ਚੇਤਾਵਨੀ ਦਿੱਤੀ, ਇਸ ਲਾਪਰਵਾਹੀ ਵਾਲੇ ਫੈਸਲੇ ਦੇ ਨਤੀਜੇ ਦੁਬਾਰਾ ਇਕੱਠੇ ਹੋਣ ਦੀ ਇੱਛਾ ਰੱਖਣ ਵਾਲੇ ਪਰਿਵਾਰ, ਘੱਟ ਸਟਾਫ ਵਾਲੀਆਂ ਨੌਕਰੀਆਂ ਨਾਲ ਜੂਝ ਰਹੇ ਕਾਰੋਬਾਰ ਤੇ ਹੁਨਰਮੰਦ ਕਾਮਿਆਂ ਦੀ ਭਾਲ ਕਰਨ ਵਾਲੀ ਸਿਹਤ ਸੰਭਾਲ ਪ੍ਰਣਾਲੀ ਸਾਰਿਆਂ ਨੂੰ ਭੁਗਤਣਾ ਪੈਣਗੇ। ਜਾਣਕਾਰੀ ਮੁਤਾਬਕ ਹਾਲ ਹੀ ਦੇ ਸਾਲਾਂ ਵਿੱਚ ਵਿਭਾਗ ਦੇ ਸਟਾਫ ਦੇ ਕਰਮਚਾਰੀਆਂ ਦੀ ਗਿਣਤੀ ਕਾਫੀ ਵਧੀ ਹੈ, ਜੋ ਕਿ 2019 ਦੇ ਵਿੱਚ 7800 ਕਰਮਚਾਰੀਆਂ ਤੋਂ ਵੱਧ ਕੇ 2024 ਦੇ ਵਿੱਚ 13092 ਹੋ ਗਈ। ਅਮਰੀਕਾ ਵਿੱਚ ਰਿਪਬਲਿਕਨ ਦੀ ਅਗਵਾਈ ਵਾਲੇ ਸਦਨ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਦੇ ਉਦੇਸ਼ ਨਾਲ ਇੱਕ ਬਿੱਲ ਨੂੰ ਅੰਤਿਮ ਪ੍ਰਵਾਨਗੀ ਦੇ ਦਿੱਤੀ। ਇਹ ਪਹਿਲਾ ਬਿੱਲ ਹੋਵੇਗਾ ਜਿਸ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਸਤਖਤ ਕਰ ਸਕਦੇ ਹਨ। ਇਸ ਬਿੱਲ ਵਿੱਚ ਚੋਰੀ ਅਤੇ ਹਿੰਸਕ ਅਪਰਾਧਾਂ ਦੇ ਦੋਸ਼ੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈਣ ਦੀ ਮੰਗ ਕੀਤੀ ਗਈ ਹੈ। ਇਸ ਬਿੱਲ ਦਾ ਨਾਮ ਜਾਰਜੀਆ ਦੇ ਨਰਸਿੰਗ ਵਿਦਿਆਰਥਣ ਲੈਕੇਨ ਰਿਲੇ ਦੇ ਨਾਮ ਤੇ ਰੱਖਿਆ ਗਿਆ। ਲੈਕੇਨ ਦਾ ਪਿਛਲੇ ਸਾਲ ਵੈਨਜ਼ੂਏਲਾ ਵਿੱਚ ਕਤਲ ਕਰ ਦਿੱਤਾ ਗਿਆ ਸੀ। ਇਸ ਬਿੱਲ ਦਾ ਪਾਸ ਹੋਣਾ ਦਰਸਾਉਂਦਾ ਹੈ ਕਿ ਟਰੰਪ ਦੀ ਚੋਣ ਜਿੱਤ ਤੋਂ ਬਾਅਦ ਇਮੀਗ੍ਰੇਸ਼ਨ ਤੇ ਰਾਜਨੀਤਿਕ ਬਹਿਸ ਕਿੰਨੀ ਤੇਜ਼ ਹੋ ਗਈ ਹੈ। ਇਮੀਗ੍ਰੇਸ਼ਨ ਨੀਤੀ ਅਕਸਰ ਅਮਰੀਕੀ ਕਾਂਗਰਸ ਵਿੱਚ ਸਭ ਤੋਂ ਗੁੰਝਲਦਾਰ ਮੁੱਦਿਆਂ ਵਿੱਚੋਂ ਇੱਕ ਰਹੀ ਹੈ, ਪਰ ਰਾਜਨੀਤਿਕ ਤੌਰ ਤੇ ਕਮਜ਼ੋਰ ਡੈਮੋਕ੍ਰੇਟਸ ਦੇ ਇੱਕ ਮਹੱਤਵਪੂਰਨ ਸਮੂਹ ਨੇ ਰਿਪਬਲਿਕਨਸ ਨਾਲ ਮਿਲ ਕੇ ਇਸ ਮਤੇ ਨੂੰ 263 ਔਰ 156 ਦੇ ਵੋਟਾਂ ਨਾਲ ਪਾਸ ਕਰਵਾ ਲਿਆ। ਅਲਾਬਾਮਾ ਰਿਪਬਲਿਕਨ ਸੈਨੇਟਰ ਕੈਟੀ ਬ੍ਰਿਟ ਨੇ ਮਾਮਲੇ ਵਿੱਚ ਕਿਹਾ ਕਿ ਦਹਾਕਿਆਂ ਤੋਂ ਸਾਡੀ ਸਰਕਾਰ ਲਈ ਸਾਡੀ ਸਰਹੱਦ ਤੇ ਅਤੇ ਸਾਡੇ ਦੇਸ਼ ਦੇ ਅੰਦਰ ਸਮੱਸਿਆਵਾਂ ਦੇ ਹੱਲ ਤੇ ਸਹਿਮਤ ਹੋਣਾ ਲਗਭਗ ਅਸੰਭਵ ਰਿਹਾ ਹੈ। ਉਹਨਾਂ ਨੇ ਇਸ ਬਿੱਲ ਨੂੰ ਲਗਭਗ 3 ਦਹਾਕਿਆਂ ਵਿੱਚ ਕਾਂਗਰਸ ਵੱਲੋਂ ਪਾਸ ਕੀਤਾ ਜਾਣ ਵਾਲਾ ਸਭ ਤੋਂ ਮਹੱਤਵਪੂਰਨ ਇਮੀਗ੍ਰੇਸ਼ਨ ਲਾਗੂ ਕਰਨ ਵਾਲਾ ਬਿੱਲ ਦੱਸਿਆ। ਉਹਨਾਂ ਨੇ ਕਿਹਾ ਕਿ ਫਿਰ ਵੀ ਇਸ ਬਿੱਲ ਲਈ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਦੀਆਂ ਸਮਰੱਥਾਵਾਂ ਵਿੱਚ ਭਾਰੀ ਵਾਧਾ ਕਰਨ ਦੀ ਲੋੜ ਹੋਵੇਗੀ, ਪਰ ਇਸ ਵਿੱਚ ਕੋਈ ਨਵੀਂ ਫੰਡਿੰਗ ਸ਼ਾਮਲ ਨਹੀਂ ਹੈ। ਇਸ ਦੌਰਾਨ ਨਵੇਂ ਰਾਸ਼ਟਰਪਤੀ ਨੇ ਕਈ ਕਾਰਜਕਾਰੀ ਆਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਦਾ ਉਦੇਸ਼ ਇਮੀਗ੍ਰੇਸ਼ਨ ਲਈ ਮੈਕਸੀਕੋ ਦੀ ਸਰਹੱਦ ਨੂੰ ਸੀਲ ਕਰਨਾ ਹੈ ਅਤੇ ਅਮਰੀਕਾ ਵਿੱਚ ਸਥਾਈ ਕਾਨੂੰਨੀ ਦਰਜੇ ਤੋਂ ਬਿਨਾਂ ਲੱਖਾਂ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣਾ ਹੈ। ਅਮਰੀਕਾ ਵਿੱਚ ਬੰਦੂਕ ਦੀ ਨੋਕ ਤੇ ਇੱਕ ਵਪਾਰੀ ਦੇ ਘਰ ਲੁੱਟਣ ਦੇ ਦੋਸ਼ ਵਿੱਚ ਭਾਰਤੀ ਮੂਲ ਦੇ 2 ਵਿਅਕਤੀਆਂ ਸਮੇਤ 5 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਭੁਪਿੰਦਰਜੀਤ ਸਿੰਘ, ਦਿਵਿਆ ਕੁਮਾਰੀ, ਐਲੀਜਾ ਰੋਮਨ, ਕੋਰੀ ਹਾਲ ਅਤੇ ਐਰਿਕ ਸੁਆਰੇਜ਼ ਨੇ ਕਥਿਤ ਤੌਰ ਤੇ ਨਿਊਯਾਰਕ ਦੇ ਔਰੇਂਜ ਕਾਉਂਟੀ ਵਿੱਚ ਇੱਕ ਘਰ ਵਿੱਚ ਦਾਖਲ ਹੋ ਕੇ ਚੋਰੀ ਕੀਤੀ। ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੇ ਅਟਾਰਨੀ ਦਫ਼ਤਰ ਵੱਲੋਂ ਇਸ ਹਫ਼ਤੇ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਵਾਈਟ ਪਲੇਨਸ ਫੈਡਰਲ ਅਦਾਲਤ ਵਿੱਚ ਸੰਯੁਕਤ ਰਾਜ ਮੈਜਿਸਟ੍ਰੇਟ ਜੱਜ ਵਿਕਟੋਰੀਆ ਰੈਸਨਿਕ ਦੇ ਸਾਹਮਣੇ ਪੇਸ਼ ਕੀਤਾ ਗਿਆ। ਇਹਨਾਂ ਸਾਰਿਆਂ ਤੇ ਡਕੈਤੀ ਦੀ ਸਾਜ਼ਿਸ਼ ਰਚਣ ਦਾ ਇੱਕ ਮਾਮਲਾ ਅਤੇ ਡਕੈਤੀ ਕਰਨ ਦਾ ਇੱਕ ਮਾਮਲਾ ਦਰਜ ਕੀਤਾ ਗਿਆ। ਦੋਵਾਂ ਨੂੰ ਵੱਧ ਤੋਂ ਵੱਧ 20 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਰੋਮਨ, ਹਾਲ ਅਤੇ ਸੁਆਰੇਜ਼ ਅਤੇ ਸਿੰਘ ਤੇ ਹਿੰਸਾ ਦੇ ਅਪਰਾਧ ਨੂੰ ਅੱਗੇ ਵਧਾਉਣ ਲਈ ਹਥਿਆਰ ਦੀ ਵਰਤੋਂ ਕਰਨ ਦਾ ਵੀ ਦੋਸ਼ ਹੈ। ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੇ ਕਾਰਜਕਾਰੀ ਅਮਰੀਕੀ ਵਕੀਲ ਐਡਵਰਡ ਕਿਮ ਨੇ ਕਿਹਾ ਹੈ ਕਿ 5 ਨੇ ਕਥਿਤ ਤੌਰ ਤੇ ਡਕੈਤੀ ਦੀ ਯੋਜਨਾ ਬਣਾਈ ਅਤੇ ਇਸ ਨੂੰ ਅੰਜਾਮ ਦਿੱਤਾ, ਜਿਸ ਦੌਰਾਨ 4 ਬੱਚੇ ਆਪਣੇ ਮਾਪਿਆਂ ਨੂੰ ਬੰਦੂਕ ਦੀ ਨੋਕ ਤੇ ਰੱਸੀ ਨਾਲ ਬੰਨੇ ਹੋਏ ਅਤੇ ਕੁੱਟੇ ਹੋਏ ਦੇਖਦੇ ਰਹੇ ਅਤੇ ਜਦੋਂ ਕਿ 4 ਆਦਮੀ ਨਕਦੀ ਅਤੇ ਕੀਮਤੀ ਸਮਾਨ ਦੀ ਭਾਲ ਵਿੱਚ ਉਸ ਦੇ ਘਰ ਵਿੱਚ ਘੁੰਮ ਰਹੇ ਸਨ। ਅਮਰੀਕਾ 'ਚ ਜਨਮ ਸਿੱਧ ਨਾਗਰਿਕਤਾ ਦਾ ਅਧਿਕਾਰ ਖਤਮ ਕਰਨ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਐਲਾਨ ਦੇ ਬਾਅਦ ਹਸਪਤਾਲਾਂ 'ਚ ਸਿਜ਼ੇਰੀਅਨ ਡਿਲੀਵਰੀ ਦੀ ਦੌੜ ਲੱਗ ਗਈ ਹੈ। ਟਰੰਪ ਨੇ ਕਾਰਜਕਾਰੀ ਆਦੇਸ਼ ਰਾਹੀਂ ਐਲਾਨ ਕੀਤਾ ਸੀ ਕਿ 20 ਫਰਵਰੀ ਦੇ ਬਾਅਦ ਜਿਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਅਮਰੀਕੀ ਨਾਗਰਿਕ ਜਾਂ ਜਾਇਜ਼ ਸਥਾਈ ਵਾਸੀ ਨਹੀਂ ਹੋਣਗੇ, ਉਹਨਾਂ ਨੂੰ ਨਾਗਰਿਕਤਾ ਨਹੀਂ ਮਿਲੇਗੀ। ਫਿਲਹਾਲ ਇਸ ਫੈਸਲੇ ਨੂੰ ਲੈ ਕੇ ਕੋਰਟ ਨੇ ਰੋਕ ਲਗਾ ਦਿੱਤੀ ਹੈ, ਪਰ ਇਸ ਫੈਸਲੇ ਤੋਂ ਬਾਅਦ ਇੱਕ ਹਲਚਲ ਮਚ ਗਈ ਸੀ, ਖਲਬਲੀ ਜੀ ਮਚ ਗਈ ਸੀ। ਇਸ ਲਈ ਲੋਕ 20 ਫਰਵਰੀ ਤੋਂ ਪਹਿਲਾਂ ਸਿਜ਼ੇਰੀਅਨ ਡਿਲੀਵਰੀ ਕਰਵਾਉਣਾ ਚਾਹੁੰਦੇ ਹਨ ਤਾਂ ਜੋ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਮਿਲ ਸਕੇ। ਅਮਰੀਕੀ ਸੰਵਿਧਾਨ ਦੇ ਤਹਿਤ ਜਨਮ ਦੇ ਆਧਾਰ ਤੇ ਨਾਗਰਿਕਤਾ ਆਪਣੇ ਆਪ ਮਿਲ ਜਾਂਦੀ ਹੈ, ਭਾਵੇਂ ਮਾਤਾ-ਪਿਤਾ ਅਮਰੀਕਾ ਦੇ ਨਾਗਰਿਕ ਨਾ ਹੋਣ। ਜਨਮ ਸਿੱਧ ਨਾਗਰਿਕਤਾ ਕਈ ਗਰਭਵਤੀ ਔਰਤਾਂ, ਖਾਸ ਤੌਰ ਤੇ ਅਮਰੀਕਾ 'ਚ ਕੰਮ ਕਰਨ ਵਾਲੇ ਭਾਰਤੀਆਂ ਲਈ ਸੁਰੱਖਿਆ ਕਵਚ ਰਹੀਆਂ ਹਨ। ਡਾਕਟਰ ਜੋੜਿਆਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਮੇਂ ਤੋਂ ਪਹਿਲਾਂ ਜਨੇਪੇ ਨਾਲ ਮਾਂ ਤੇ ਬੱਚੇ ਲਈ ਖਤਰਾ ਹੋ ਸਕਦਾ ਹੈ। ਇਹਨਾਂ 'ਚ ਗੈਰ ਵਿਕਸਿਤ ਫੇਫੜੇ, ਘੱਟ ਵਜ਼ਨ, ਤੰਤਰਿਕਾ ਜਾਂ ਨਿਊਰਨ ਸੰਬੰਧੀ ਪਰੇਸ਼ਾਨੀਆਂ ਸ਼ਾਮਲ ਹਨ।
ਸਮੇਂ ਤੋਂ ਪਹਿਲਾਂ ਜਨਮ ਲੈਣ ਵਾਲਾ ਬੱਚਾ ਮੰਦਬੁੱਧੀ ਹੋ ਸਕਦਾ ਹੈ। ਇਸ ਦੇ ਬਾਵਜੂਦ ਹਤਾਸ਼ ਨਿਰਾਸ਼ ਲੋਕ ਹਰ ਕੀਮਤ ਤੇ ਡਿਲੀਵਰੀ ਕਰਵਾਉਣਾ ਚਾਹੁੰਦੇ ਹਨ। ਨਿਊ ਜਰਸੀ ਦੇ ਮੈਟਰਨਿਟੀ ਕਲੀਨਿਕ ਦੇ ਇੱਕ ਡਾਕਟਰ ਨੇ ਕਿਹਾ ਕਿ ਜਨਮਸਿੱਧ ਨਾਗਰਿਕਤਾ ਖਤਮ ਕਰਨ ਦੇ ਐਲਾਨ ਦੇ ਬਾਅਦ ਤੋਂ ਸਮੇਂ ਤੋਂ ਪਹਿਲਾਂ ਜਨੇਪੇ ਲਈ ਵੱਡੀ ਗਿਣਤੀ 'ਚ ਅਪੀਲਾਂ ਮਿਲ ਰਹੀਆਂ ਹਨ। ਉਹਨਾਂ ਦੇ ਕਲੀਨਿਕ ਤੇ ਸਜੇਰੀਅਨ ਡਿਲੀਵਰੀ ਕਰਵਾਉਣ ਦੇ ਲੋਕ ਉਹਨਾਂ ਨੂੰ ਫੋਨ ਕਰ ਰਹੇ ਹਨ। ਕਲੀਨਿਕ ਤੇ ਭੀੜ ਲੱਗ ਰਹੀ ਹੈ। ਸਮੇਂ ਤੋਂ ਪਹਿਲਾਂ ਡਿਲੀਵਰੀ ਚਾਹ ਰਹੀਆਂ ਜ਼ਿਆਦਾਤਰ ਔਰਤਾਂ ਗਰਭ ਅਵਸਥਾ ਦੇ 8ਵੇਂ ਤੇ 9ਵੇਂ ਮਹੀਨੇ 'ਚ ਹਨ। ਰਾਮਾ ਨੇ ਕਿਹਾ ਕਿ ਇੱਕ 7 ਮਹੀਨੇ ਦੀ ਗਰਭਵਤੀ ਔਰਤ ਆਪਣੇ ਪਤੀ ਨਾਲ ਸਮੇਂ ਤੋਂ ਪਹਿਲਾਂ ਜਨੇਪੇ ਲਈ ਆਈ ਸਨ। 8 ਸਾਲ ਤੋਂ ਪਤਨੀ ਦੇ ਨਾਲ H1B ਵੀਜ਼ੇ ਤੇ ਅਮਰੀਕਾ 'ਚ ਰਹਿ ਰਹੇ ਇੱਕ ਵਿਅਕਤੀ ਨੇ ਕਿਹਾ ਕਿ ਸਾਨੂੰ ਉਮੀਦ ਸੀ ਕਿ ਸਾਡਾ ਬੱਚਾ ਇੱਥੇ ਪੈਦਾ ਹੋਵੇਗਾ। ਅਸੀਂ 6 ਸਾਲ ਤੋਂ ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਹਾਂ। ਅਸੀਂ ਅਨਿਸ਼ਚਿਤਤਾ ਤੋਂ ਡਰੇ ਹੋਏ ਹਾਂ। ਪਤਨੀ ਮਾਰਚ ਦੀ ਸ਼ੁਰੂਆਤ 'ਚ ਬੱਚੇ ਨੂੰ ਜਨਮ ਦੇਣ ਵਾਲੀ ਹੈ, ਪਰ ਚਾਹੁੰਦੇ ਹਾਂ ਕਿ ਬੱਚੇ ਦਾ ਜਨਮ 20 ਫਰਵਰੀ ਤੋਂ ਪਹਿਲਾਂ ਹੋ ਜਾਏ ਤਾਂ ਜੋ ਬੱਚੇ ਨੂੰ ਨਾਗਰਿਕਤਾ ਮਿਲ ਜਾਏ। ਗ੍ਰੀਨ ਕਾਰਡ ਅਮਰੀਕਾ 'ਚ ਸਥਾਈ ਨਿਵਾਸ ਦਾ ਪਛਾਣ ਦਸਤਾਵੇਜ਼ ਹੈ, ਜਦਕਿ H1B ਵੀਜ਼ਾ ਉਹਨਾਂ ਵਿਦੇਸ਼ੀ ਮੁਲਾਜ਼ਮਾਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਤਕਨੀਕੀ ਜਾਂ ਖਾਸ ਪੇਸ਼ੇਵਰ ਕੰਮ ਲਈ ਅਮਰੀਕਾ ਆਉਂਦੇ ਹਨ। ਹਰ ਸਾਲ ਭਾਰਤ ਵਰਗੇ ਦੇਸ਼ਾਂ ਤੋਂ ਵੱਡੀ ਗਿਣਤੀ 'ਚ ਪੇਸ਼ੇਵਰ ਇਸ ਦਾ ਫਾਇਦਾ ਉਠਾਉਂਦੇ ਹਨ। ਕੈਲੀਫੋਰਨੀਆ 'ਚ ਰਹਿਣ ਵਾਲੇ ਇੱਕ ਵਿਅਕਤੀ ਜਿਹੜੇ ਨਾਜਾਇਜ਼ ਤਰੀਕੇ ਨਾਲ ਦੇਸ਼ 'ਚ ਦਾਖਲ ਹੋਣ ਦੇ ਬਾਅਦ ਤੋਂ 8 ਸਾਲ ਤੋਂ ਅਮਰੀਕਾ 'ਚ ਰਹਿ ਰਹੇ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪਤਨੀ 7 ਮਹੀਨੇ ਦੀ ਗਰਭਵਤੀ ਹੈ। ਵਕੀਲ ਨੇ ਸੁਝਾਅ ਦਿੱਤਾ ਕਿ ਅਸੀਂ ਆਪਣੇ ਬੱਚੇ ਦੇ ਜ਼ਰੀਏ ਸਿੱਧੇ ਨਾਗਰਿਕਤਾ ਹਾਸਲ ਕਰ ਸਕਦੇ ਹਾਂ। ਸਾਨੂੰ ਕੁਝ ਸਮਝ ਨਹੀਂ ਆ ਰਿਹਾ, ਇਸ ਕਰਕੇ ਉਹ ਬਹੁਤ ਪਰੇਸ਼ਾਨ ਹੋ ਗਏ ਸੀ। ਫਿਲਹਾਲ ਕੋਰਟ ਵੱਲੋਂ ਜਨਮ ਸਿੱਧ ਜੋ ਨਾਗਰਿਕਤਾ ਹੈ ਉਸ ਨੂੰ ਲੈ ਕੇ ਰੋਕ ਲਗਾ ਦਿੱਤੀ ਹੈ। ਕਿਤੇ ਨਾ ਕਿਤੇ ਬਹੁਤ ਵੱਡੀ ਰਾਹਤ ਵਾਲੀ ਗੱਲ ਆਈ ਹੈ। ਇਸ ਗੱਲ ਤੋਂ ਇਹ ਸੰਤੁਸ਼ਟੀ ਹੋ ਚੁੱਕੀ ਹੈ ਕਿ ਹੁਣ ਅਮਰੀਕੀ ਨਾਗਰਿਕਤਾ ਮਿਲ ਸਕਦੀ ਹੈ। ਕੈਨੇਡਾ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਰਾਜਨੀਤਿਕ ਸੰਕਟ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਦੇਸ਼ ਵਿੱਚ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਭਾਰਤੀ ਮੂਲ ਦੇ ਚੰਦਰ ਆਰਿਆ ਤੋਂ ਬਾਅਦ ਹੁਣ ਇੱਕ ਹੋਰ ਭਾਰਤੀ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿੱਚ ਸ਼ਾਮਲ ਹੋ ਗਿਆ ਹੈ। ਸਾਬਕਾ ਇੰਡੋ ਕੈਨੇਡੀਅਨ ਸੰਸਦ ਮੈਂਬਰ ਰੂਬੀ ਟੱਲਾ ਨੇ ਐਲਾਨ ਕੀਤਾ ਹੈ ਕਿ ਉਹ ਸੱਤਾਧਾਰੀ ਲਿਬਰਲ ਪਾਰਟੀ ਦੀ ਅਗਵਾਈ ਸੰਭਾਲਣ ਲਈ ਚੋਣ ਲੜੇਗੀ। ਬੁੱਧਵਾਰ ਨੂੰ ਆਪਣੀ ਉਮੀਦਵਾਰੀ ਦਾ ਐਲਾਨ ਕਰਨ ਤੋਂ ਪਹਿਲਾਂ ਉਹਨਾਂ ਨੇ ਆਖਰੀ ਪਲਾਂ ਵਿੱਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਰੂਬੀ ਟੱਲਾ ਨੂੰ ਪੰਜਾਬੀ ਮੂਲ ਦੀ ਨੀਨਾ ਗਰੇਵਾਲ ਸਮੇਤ ਭਾਰਤੀ ਮੂਲ ਦੀ ਪਹਿਲੀ ਸਿੱਖ ਮਹਿਲਾ MP ਹੋਣ ਦਾ ਮਾਣ ਹਾਸਲ ਹੈ। ਰੂਬੀ ਟੱਲਾ ਅਤੇ ਨੀਨਾ ਗਰੇਵਾਲ ਦੋਵੇਂ 2004 ਵਿੱਚ MP ਬਣੇ। ਉਸ ਤੋਂ ਬਾਅਦ ਰੂਬੀ ਲਿਬਰਲ ਪਾਰਟੀ ਦੀ ਟਿਕਟ ਤੋਂ ਬਰੈਂਪਟਨ ਉਸ ਤੋਂ ਬਾਅਦ ਸਪਰਿੰਗਡੇਲ ਰਾਈਡਿੰਗ ਤੋਂ ਕੰਜ਼ਰਵੇਟਿਵ ਉਮੀਦਵਾਰ ਸੈਮ ਹੁੰਦਲ ਨੂੰ ਹਰਾ ਕੇ MP ਬਣੇ। ਕੰਜ਼ਰਵੇਟਿਵ MP ਨੀਨਾ ਗਰੇਵਾਲ ਨੇ ਬ੍ਰਿਟਿਸ਼ ਕੋਲੰਬੀਆ ਤੋਂ ਚੋਣ ਜਿੱਤੀ ਸੀ। ਟੱਲਾ ਨੇ 2004 ਤੋਂ 2011 ਤੱਕ ਬਰੈਂਪਟਨ ਸਪਰਿੰਗਡੇਲ ਰਾਈਡਿੰਗ ਦੀ ਨੁਮਾਇੰਦਗੀ ਕੀਤੀ। 2011 ਦੀਆਂ ਚੋਣਾਂ ਦੌਰਾਨ ਰੂਬੀ ਕੰਜ਼ਰਵੇਟਿਵ ਉਮੀਦਵਾਰ ਪਰਮ ਗਿੱਲ ਤੋਂ ਹਾਰ ਗਏ ਸਨ। 2014 ਦੌਰਾਨ ਰੂਬੀ ਨੇ ਸਿਆਸਤ ਤੋਂ ਕਿਨਾਰਾ ਕਰਨ ਦਾ ਐਲਾਨ ਕੀਤਾ ਸੀ। ਮੈਨੀਟੋਬਾ ਦੇ ਵਿਨੀਪੈਗ 'ਚ ਜਿਮੀ ਟੱਲਾ ਨੇ 10 ਸਾਲ ਦੀ ਉਮਰ ਵਿੱਚ 1984 ਦੌਰਾਨ ਦਰਬਾਰ ਸਾਹਿਬ ਉੱਪਰ ਹੋਏ ਹਮਲੇ ਦੀਆਂ ਖਬਰਾਂ ਦੇਖ ਉਸ ਸਮੇਂ ਦੀ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇੱਕ ਚਿੱਠੀ ਲਿਖੀ ਸੀ, ਜਿਸ ਦੇ ਜਵਾਬ ਵਿੱਚ ਗਾਂਧੀ ਨੇ ਟੱਲਾ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ। ਟੱਲਾ ਮੁਤਾਬਕ ਇੱਥੋਂ ਉਸ ਦੀ ਸਿਆਸਤ ਵਿੱਚ ਦਿਲਚਸਪੀ ਸ਼ੁਰੂ ਹੋਈ। 12 ਸਾਲਾਂ ਦੀ ਉਮਰ ਵਿੱਚ ਰੂਬੀ ਨੇ ਵਿਨੀਪੈਗ ਤੋਂ ਲਿਬਰਲ MP ਡੇਵਿਡ ਵਾਕਰ ਦੀ ਚੋਣ ਮੁਹਿੰਮ ਵਿੱਚ ਵਲੰਟੀਅਰ ਵੀ ਕੰਮ ਕੀਤਾ। ਲਾਸ ਐਂਜਲਸ ਨੇੜੇ ਇੱਕ ਹੋਰ ਥਾਂ ਤੇ ਜੰਗਲਾਂ ਦੀ ਅੱਗ ਭੜਕਣ ਮਗਰੋਂ ਐਮਰਜੈਂਸੀ ਕਾਮਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਨਵੀਂ ਵਿਪਤਾ ਛਿੜਨ ਮਗਰੋਂ 50,000 ਤੋਂ ਵੱਧ ਲੋਕਾਂ ਨੂੰ ਘਰ-ਬਾਰ ਛੱਡਣ ਦੇ ਹੁਕਮ ਦਿੱਤੇ ਗਏ ਹਨ। ਲੇਕ ਕੈਸਟੇਕ ਨੇੜੇ ਬੁੱਧਵਾਰ ਸਵੇਰੇ ਲੱਗੀ ਅੱਗ ਹਵਾ ਦੀ ਰਫ਼ਤਾਰ ਜ਼ਿਆਦਾ ਹੋਣ ਕਾਰਨ ਕੁਝ ਹੀ ਘੰਟਿਆਂ ਵਿੱਚ 15 ਵਰਗ ਮੀਲ ਇਲਾਕੇ ਵਿੱਚ ਫੈਲ ਗਈ ਅਤੇ ਹਾਲਾਤ ਜਲਦ ਕਾਬੂ ਹੇਠ ਨਾ ਆਏ ਤਾਂ 23,000 ਹੋਰਨਾਂ ਨੂੰ ਇਲਾਕਾ ਖਾਲੀ ਕਰਨਾ ਹੋਵੇਗਾ। ਐਲੇ ਕਾਉਂਟੀ ਦੇ ਸ਼ੈਰਿਫ ਰੋਬਰਟ ਲੂਨਾ ਨੇ ਦੱਸਿਆ ਕਿ ਅੱਗ ਦੀ ਮਾਰ ਹੇਠ ਆਈਆਂ ਨਵਾਂ ਇਲਾਕਾ ਪੈਲੀਸੇਡਸ ਅਤੇ ਈਟਨ ਤੋਂ 40 ਮੀਲ ਦੂਰ ਹੈ, ਜਿੱਥੇ ਕੁਝ ਦਿਨ ਪਹਿਲਾਂ ਅੱਗ ਨੇ ਭਾਰੀ ਤਬਾਹੀ ਮਚਾਈ। ਉਧਰ ਫਾਇਰ ਚੀਫ ਨੇ ਕਿਹਾ ਹੈ ਕਿ ਅੱਗ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਰਿਹਾ ਹੈ ਅਤੇ ਇਹਤਿਆਤ ਵਜੋਂ ਇੰਟਰਸਟੇਟ 5 ਦਾ 30 ਮੀਲ ਦਾ ਟੋਟਾ ਆਵਾਜਾਈ ਵਾਸਤੇ ਬੰਦ ਕਰ ਦਿੱਤਾ ਗਿਆ। ਜ਼ਮੀਨ ਤੇ ਅੱਗ ਬੁਝਾਉਣ ਵਿੱਚ ਜੁਟੇ ਦਸਤਿਆਂ ਦੀ ਮਦਦ ਹੈਲੀਕਾਪਟਰ ਅਤੇ ਹਵਾਈ ਜਹਾਜ਼ਾਂ ਵੱਲੋਂ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਬਾਅਦ ਦੁਪਹਿਰ ਤੱਕ ਇਲਾਕੇ ਵਿੱਚ ਹਵਾਵਾਂ ਦੀ ਰਫ਼ਤਾਰ 42 ਮੀਲ ਪ੍ਰਤੀ ਘੰਟਾ ਤੱਕ ਪੁੱਜ ਗਈ ਅਤੇ ਸ਼ਾਮ ਤੱਕ 60 ਮੀਲ ਪ੍ਰਤੀ ਘੰਟਾ ਤੱਕ ਪੁੱਜਣ ਦੀ ਪੇਸ਼ਨਗੋਈ ਕੀਤੀ ਗਈ। ਮੀਡੀਆ
ਰਿਪੋਰਟਾਂ ਮੁਤਾਬਕ ਕੈਸਟੇਕ ਝੀਲ ਨੇੜਲੀ ਅੱਗ ਬੁਝਾਉਣ ਦੇ ਲਈ 4000 ਫਾਇਰ ਫਾਈਟਰਸ ਨੂੰ ਤੈਨਾਤ ਕੀਤਾ ਗਿਆ, ਪਰ ਹਰ 3 ਸੈਕਿੰਡ ਵਿੱਚ ਫੁੱਟਬਾਲ ਦੇ ਇੱਕ ਮੈਦਾਨ ਦੇ ਬਰਾਬਰ ਇਲਾਕਾ ਸੜ ਕੇ ਸੁਆਹ ਹੋ ਰਿਹਾ ਹੈ। ਜਿਉਂ-ਜਿਉਂ ਸਮਾਂ ਲੰਘ ਰਿਹਾ ਹੈ, ਲੋਕਾਂ ਨੂੰ ਆਪਣੇ ਘਰਾਂ ਦੀ ਚਿੰਤਾ ਵੱਡ-ਵੱਡ ਖਾ ਰਹੀ ਹੈ। ਵੈਲੈਂਸੀਆ ਵਿਖੇ ਨਰਸ ਵਜੋਂ ਕੰਮ ਕਰਦੀ ਕਾਇਲਾ ਅਮਾਰਾ ਆਪਣੀ ਸਹੇਲੀ ਦੇ ਘਰੋਂ ਉਸਦਾ ਲੋੜੀਂਦਾ ਸਮਾਨ ਚੁਕਵਾਉਣ ਪੁੱਜੀ ਤਾਂ ਮੰਜ਼ਰ ਦੇ ਕੇ ਕੰਬ ਗਈ। ਕਾਇਲਾ ਨੇ ਦੱਸਿਆ ਕਿ ਉਹ ਕਾਰ ਵਿੱਚ ਜ਼ਰੂਰੀ ਸਮਾਨ ਰੱਖ ਰਹੀ ਸੀ ਕਿ ਅੱਗ ਦੇ ਤੇਜ਼ੀ ਨਾਲ ਫੈਲਣ ਦੀ ਖਬਰ ਆ ਗਈ। ਉਸਦੀ ਸਹੇਲੀ ਦੇ ਚਿਹਰੇ ਤੇ ਘਬਰਾਹਟ ਸਾਫ਼ ਨਜ਼ਰ ਆ ਰਹੀ ਸੀ, ਜੋ ਆਪਣਾ ਘਰ ਨਹੀਂ ਗਵਾਉਣਾ ਚਾਹੁੰਦੀ। ਇਸ ਤੋਂ ਪਹਿਲਾਂ ਲਾਸ ਐਂਜਲਸ ਕਾਉਂਟੀ ਵਿੱਚ ਹਜ਼ਾਰਾਂ ਲੋਕਾਂ ਦੇ ਘਰ ਸੜ ਕੇ ਸੁਆਹ ਹੋ ਚੁੱਕੇ ਹਨ। ਅਮੀਰ ਲੋਕਾਂ ਨੂੰ ਭਾਵੇਂ ਜ਼ਿਆਦਾ ਫਰਕ ਨਾ ਪਵੇ, ਪਰ ਕਰੜੀ ਮਸ਼ੱਕਤ ਕਰਕੇ ਮਕਾਨ ਖਰੀਦਣ ਵਾਲਿਆਂ ਵਾਸਤੇ ਨਵੇਂ ਸਿਰੇ ਤੋਂ ਆਲਣਾ ਤਿਆਰ ਕਰਨਾ ਬਹੁਤ ਮੁਸ਼ਕਿਲ ਹੈ। ਇੱਥੇ ਦੱਸਣਾ ਬੰਦ ਹੈ ਕਿ ਦੱਖਣੀ ਕੈਲੀਫੋਰਨੀਆ ਵਿੱਚ 7 ਜਨਵਰੀ ਨੂੰ ਅੱਗ ਦੇ ਭਾਂਬੜ ਉੱਠੇ ਅਤੇ ਤੇਜ਼ ਹਵਾਵਾਂ ਕਾਰਨ ਲਗਾਤਾਰ ਵਧਦੇ ਚਲੇ ਗਏ। ਹਜ਼ਾਰਾਂ ਮਕਾਨ ਅਤੇ ਹੋਰ ਇਮਾਰਤਾਂ ਸੜ ਕੇ ਸੁਆਹ ਹੋ ਚੁੱਕੀਆਂ ਹਨ, ਜਦਕਿ 29 ਜਾਨੀਆਂ ਦੀ ਮੌਤ ਵੀ ਹੋ ਚੁੱਕੀ ਹੈ। ਬੀਤੇ 50 ਸਾਲ ਦੇ ਅੰਕੜਿਆਂ ਤੇ ਝਾਤ ਮਾਰੀ ਜਾਵੇ ਤਾਂ ਕੈਲੀਫੋਰਨੀਆ ਦੇ ਜੰਗਲਾਂ ਵਿੱਚ 78 ਵਾਰ ਅੱਗ ਲੱਗ ਚੁੱਕੀ ਹੈ ਅਤੇ ਇਸ ਦਾ ਮੁੱਖ ਕਾਰਨ ਜੰਗਲੀ ਇਲਾਕਿਆਂ ਨੇੜੇ ਵੱਧ ਰਹੀ ਮਨੁੱਖੀ ਰਿਹਾਇਸ਼ ਨੂੰ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਭਾਰੀ ਬਾਰਿਸ਼ ਇਲਾਕੇ ਵਿੱਚ ਨਵੀਂ ਆਫਤ ਲੈ ਆ ਰਹੀ ਹੈ। ਨੈਸ਼ਨਲ ਵੈਦਰ ਸਰਵਿਸ ਨੇ ਦੱਸਿਆ ਕਿ ਵੀਕਐਂਡ ਦੇ ਅੰਤ ਤੇ ਪੈਣ ਵਾਲਾ ਮੀਂਹ ਲੈਂਡਸਲਾਈਡਿੰਗ ਦਾ ਕਾਰਨ ਬਣ ਸਕਦਾ ਹੈ ਅਤੇ ਫਾਇਰ ਫਾਈਟਰਸ ਦੀ ਜਾਨ ਵੀ ਖਤਰੇ ਵਿੱਚ ਘਿਰ ਸਕਦੀ ਹੈ। ਇਸੇ ਦੌਰਾਨ LA ਦੀ ਮੇਅਰ ਨੇ ਲੋਕਾਂ ਨੂੰ ਜ਼ਹਿਰੀਲੀ ਹਵਾ ਤੋਂ ਸੁਚੇਤ ਰਹਿਣ ਵਾਸਤੇ ਆਖਿਆ ਹੈ। ਨਿਊਯਾਰਕ ਵਿੱਚ ਗਹਿਣਿਆਂ ਦੀਆਂ ਕੰਪਨੀਆਂ ਚਲਾਉਣ ਵਾਲੇ ਇੱਕ ਭਾਰਤੀ ਵਿਅਕਤੀ ਨੂੰ 1.35 ਕਰੋੜ ਅਮਰੀਕੀ ਡਾਲਰ ਤੋਂ ਵੱਧ ਮੁੱਲ ਦੇ ਗਹਿਣਿਆਂ ਦੇ ਆਯਾਤ ਲਈ ਕਸਟਮ ਡਿਊਟੀ ਦੀ ਚੋਰੀ ਕਰਨ ਅਤੇ ਹੋਰ ਮਾਮਲਿਆਂ ਵਿੱਚ 30 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਅਮਰੀਕੀ ਵਕੀਲ ਨੇ ਇਹ ਜਾਣਕਾਰੀ ਦਿੱਤੀ ਹੈ। ਕਾਰਜਕਾਰੀ ਅਮਰੀਕੀ ਅਟਾਰਨੀ ਵਿਕਾਸ ਖੰਨਾ ਨੇ ਕਿਹਾ ਕਿ ਮੁੰਬਈ ਅਤੇ ਜਰਸੀ ਸਿਟੀ, ਨਿਊ ਜਰਸੀ ਦੇ ਮੋਨਿਸ਼ ਕੁਮਾਰ, ਕਿਰਨ ਕੁਮਾਰ ਦੋਸ਼ੀ ਸ਼ਾਹ ਨੇ ਅਮਰੀਕੀ ਜ਼ਿਲ੍ਹਾ ਜੱਜ ਐਸਥਰ ਸਲਾਸ ਦੇ ਸਾਹਮਣੇ ਵਾਇਰ ਫਰਾਡ ਯਾਨੀ ਦੂਰਸੰਚਾਰ ਜਾਂ ਸੂਚਨਾ ਟੈਕਨੋਲੋਜੀ ਵਰਤੋਂ ਨਾਲ ਜੁੜੀ ਵਿੱਤੀ ਧੋਖਾਧੜੀ ਕਰਨ ਦੀ ਸਾਜ਼ਿਸ਼ ਰਚਨ ਅਤੇ ਬਿਨਾਂ ਲਾਇਸੈਂਸ ਦੇ ਪੈਸੇ ਭੇਜਣ ਵਾਲੇ ਕਾਰੋਬਾਰ ਦੇ ਸੰਚਾਲਨ ਵਿੱਚ ਸਹਾਇਤਾ ਕਰਨ ਦੇ 2 ਦੋਸ਼ਾਂ ਵਿੱਚ ਦੋਸ਼ ਮੰਨਿਆ ਹੈ। ਜੇਲ੍ਹ ਦੀ ਸਜ਼ਾ ਤੋਂ ਇਲਾਵਾ ਜੱਜ ਨੇ ਵਾਇਰ ਫਰਾਡ ਸਕੀਮ ਲਈ 7,42,500 ਅਮਰੀਕੀ ਡਾਲਰ ਦਾ ਮੁਆਵਜ਼ਾ ਅਤੇ ਵਾਇਰ ਫਰਾਡ ਅਤੇ ਬਿਨਾਂ ਲਾਇਸੈਂਸ ਦੇ ਪੈਸੇ ਭੇਜਣ ਦੀਆਂ ਸਕੀਮਾਂ ਲਈ 1 ਕਰੋੜ ਅਮਰੀਕੀ ਡਾਲਰ ਦੀ ਰਾਸ਼ੀ ਜ਼ਬਤ ਕਰਨ ਦਾ ਹੁਕਮ ਦਿੱਤਾ ਹੈ। ਇਸ ਤੋਂ ਇਲਾਵਾ ਅਦਾਲਤ ਨੇ ਰਿਹਾਈ ਤੋਂ ਬਾਅਦ 2 ਸਾਲਾਂ ਦੀ ਨਿਗਰਾਨੀ ਦੀ ਮਿਆਦ ਵੀ ਨਿਰਧਾਰਤ ਕੀਤੀ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਦਸੰਬਰ 2019 ਤੋਂ ਲੈ ਕੇ ਅਪ੍ਰੈਲ 2022 ਤੱਕ ਸ਼ਾਹ ਤੁਰਕੀ ਅਤੇ ਭਾਰਤ ਤੋਂ ਅਮਰੀਕਾ ਵਿੱਚ ਗਹਿਣਿਆਂ ਦੇ ਆਯਾਤ ਤੇ ਡਿਊਟੀਆਂ ਤੋਂ ਬਚਣ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਪਲਟਾਵਾਰ ਕੀਤਾ ਹੈ। ਉਹਨਾਂ ਨੇ ਕਿਹਾ, ਜਦੋਂ ਵੀ ਰਾਸ਼ਟਰਪਤੀ ਡੋਨਾਲਡ ਟਰੰਪ ਕੈਨੇਡੀਅਨ ਉਤਪਾਦਾਂ ਤੇ ਉੱਚ ਟੈਰਿਫ ਲਗਾਉਣ ਦਾ ਫੈਸਲਾ ਕਰਨਗੇ ਤਾਂ ਅਮਰੀਕੀ ਖਪਤਕਾਰਾਂ ਨੂੰ ਹੀ ਵਧੇਰੇ ਭੁਗਤਾਨ ਕਰਨਾ ਪਵੇਗਾ। ਟਰੰਪ ਨੇ ਓਵਲ ਆਫਿਸ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਅਜੇ ਵੀ 1 ਫਰਵਰੀ ਤੋਂ ਕੈਨੇਡਾ ਅਤੇ ਮੈਕਸੀਕੋ ਤੇ 25% ਟੈਰਿਫ ਲਗਾਉਣ ਦੀ ਯੋਜਨਾ ਬਣਾ ਰਹੇ ਹਨ। ਟਰੰਪ ਨੇ ਅਹੁਦਾ ਸੰਭਾਲਦੇ ਹੀ ਮੈਕਸੀਕੋ, ਕੈਨੇਡਾ ਅਤੇ ਚੀਨ ਤੇ ਨਵੇਂ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ। ਹਾਲਾਂਕਿ ਉਹਨਾਂ ਨੇ ਪਹਿਲੇ ਦਿਨ ਟੈਰਿਫ ਨਹੀਂ ਲਗਾਏ। ਟਰੂਡੋ ਨੇ ਕਿਹਾ ਕਿ ਜੇਕਰ ਟਰੰਪ ਅੱਗੇ ਵਧਦੇ ਹਨ, ਭਾਵੇਂ ਉਹ ਇਹ 20 ਜਨਵਰੀ ਨੂੰ ਕਰਦੇ ਜਾਂ ਹੁਣ 1 ਫਰਵਰੀ ਨੂੰ ਇਹ ਫੈਸਲਾ ਲੈਣ ਜਾਂ 15 ਫਰਵਰੀ ਨੂੰ ਵੈਲੈਂਟਾਈਨ ਡੇ ਦੇ ਤੋਹਫੇ ਵਜੋਂ ਜਾਂ 1 ਅਪ੍ਰੈਲ ਨੂੰ ਜਾਂ ਜਦੋਂ ਵੀ ਉਹਨਾਂ ਦਾ ਮਨ ਕਰੇ, ਕੈਨੇਡਾ ਦੀ ਜਵਾਬੀ ਟੈਰਿਫ ਲਗਾਏਗਾ। ਅਮਰੀਕੀ ਖਪਤਕਾਰਾਂ ਲਈ ਲਗਭਗ ਹਰ ਚੀਜ਼ ਦੀਆਂ ਕੀਮਤਾਂ ਵੱਧ ਜਾਣਗੀਆਂ। ਟਰੂਡੋ ਨੇ ਓਟਾਵਾ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ਉਹ ਅਜਿਹੇ ਚਾਹੁੰਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕਰੇਨ ਦੇ ਨਾਲ ਸਮਝੌਤਾ ਕਰਨਾ ਚਾਹੀਦਾ ਹੈ। ਟਰੰਪ ਨੇ ਕਿਹਾ ਕਿ ਉਹ ਜਲਦੀ ਤੋਂ ਜਲਦੀ ਰੂਸੀ ਰਾਸ਼ਟਰਪਤੀ ਨੂੰ ਮਿਲਣਗੇ। ਇਸ ਤੋਂ ਪਹਿਲਾਂ ਉਸਨੇ ਆਪਣੇ ਰੂਸੀ ਹਮਰੁਤਬਾ ਨੂੰ ਯੂਕਰੇਨ ਵਿੱਚ ਮੂਰਖਤਾਪੂਰਨ ਯੁੱਧ ਖਤਮ ਕਰਨ ਜਾਂ ਉੱਚ ਟੈਰਿਫਾਂ ਅਤੇ ਪਾਬੰਦੀਆਂ ਦਾ ਸਾਹਮਣਾ ਕਰਨ ਦੀ ਚੇਤਾਵਨੀ ਦਿੱਤੀ ਸੀ। 20 ਜਨਵਰੀ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਵਾਲੇ ਟਰੰਪ ਨੇ ਆਪਣੇ ਮਾਲਕੀ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਇਹ ਗੱਲ ਕਹੀ। ਉਧਰ ਹੀ ਓਵਲ ਦਫ਼ਤਰ ਵਿੱਚ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਟਰੰਪ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਪੁਤਿਨ ਨੂੰ ਸਮਝੌਤਾ ਕਰਨਾ ਚਾਹੀਦਾ ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਰੂਸ ਦੇ ਪਾਬੰਦੀਆਂ ਪੁਤਿਨ ਨੂੰ ਗੱਲਬਾਤ ਕਰਨ ਲਈ ਮਜਬੂਰ ਕਰਨਗੀਆਂ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ। ਉਸਨੇ ਕਿਹਾ ਕਿ ਰੂਸ ਨੂੰ ਸਮਝੌਤਾ ਕਰ ਲੈਣਾ ਚਾਹੀਦਾ ਹੈ, ਉਹ ਸ਼ਾਇਦ ਸਮਝੌਤਾ ਕਰਨਾ ਚਾਹੁੰਦੇ ਹਨ। ਉਹਨਾਂ ਨੇ ਕਿਹਾ ਉਹਨਾਂ ਨੂੰ ਲੱਗਦਾ ਹੈ ਕਿ ਜੋ ਵੀ ਉਹਨਾਂ ਨੇ ਸੁਣਿਆ ਹੈ ਉਸ ਤੋਂ ਪੁਤਿਨ ਉਹਨਾਂ ਨੂੰ ਮਿਲਣਾ ਚਾਹੁੰਗੇ ਅਤੇ ਅਸੀਂ ਜਿੰਨੀ ਜਲਦੀ ਹੋ ਸਕੇ ਮਿਲਾਂਗੇ ਤੇ ਉਹ ਤੁਹਾਨੂੰ ਤੁਰੰਤ ਮਿਲਣਗੇ। ਜੰਗ ਦੇ ਮੈਦਾਨ ਵਿੱਚ ਸੈਨਿਕ ਮਾਰੇ ਜਾ ਰਹੇ ਹਨ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਸ ਤਰ੍ਹਾਂ ਦਾ ਕੋਈ ਜੰਗੀ ਮੈਦਾਨ ਨਹੀਂ ਹੋਇਆ ਅਤੇ ਉਹਨਾਂ ਦੇ ਕੋਲ ਅਜਿਹੀਆਂ ਤਸਵੀਰਾਂ ਹਨ ਜੋ ਤੁਸੀਂ ਨਹੀਂ ਦੇਖਣਾ ਚਾਹੋਗੇ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਹਰ ਰੋਜ਼ ਇੰਨੀ ਵੱਡੀ ਗਿਣਤੀ ਵਿੱਚ ਸੈਨਿਕ ਮਾਰੇ ਜਾ ਰਹੇ ਹਨ ਜੋ ਅਸੀਂ ਦਹਾਕਿਆਂ ਵਿੱਚ ਨਹੀਂ ਦੇਖੇ। ਇਸ ਜੰਗ ਨੂੰ ਖਤਮ ਕਰਨਾ ਚੰਗਾ ਹੋਵੇਗਾ। ਇਹ ਇੱਕ ਹਾਸੋਹੀਣੀ ਜੰਗ ਹੈ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਟਰੰਪ ਨੇ ਕਿਹਾ ਕਿ ਯੂਕਰੇਨ ਸਮਝੌਤਾ ਕਰਨ ਲਈ ਤਿਆਰ ਹੈ। ਟਰੰਪ ਨੇ ਕਿਹਾ ਵਲਾਦੀਮੀਰ ਜ਼ੈਲੈਂਸਕੀ ਵੀ ਸਮਝੌਤਾ ਕਰਨ ਲਈ ਤਿਆਰ ਹੈ। ਉਹ ਰੁਕਣਾ ਚਾਹੁੰਦੇ ਹੈ। ਉਹ ਇੱਕ ਅਜਿਹਾ ਆਦਮੀ ਹੈ ਜਿਸ ਨੇ ਬਹੁਤ ਸਾਰੇ ਸੈਨਿਕ ਗਵਾਏ ਹਨ। रूस ने भी यही किया है। रूस ने होर सैनिक गवा दिते। इसने 8 लाख सैनिक गवा दिते हैं। उसने ये भी चेतावनी दी है कि जेकर जल्दी ही जंगबंदी समझौता नहीं होता तो उसे को रूस वालों अमेरिका और होर भाईवाली देशों को वेची जाने वाली किसी भी चीज़ से टैरिफ टैक्स और पाबंदियां लगाने तो इलावा कोई चारा नहीं होगा। अमेरिका के राष्ट्रपति डोनाल्ड ट्रंप ने अहुदे की सौ चुकन तो बाद अपने पहले संबोधन में ग्रीनलैंड ते अमेरिका ते कंट्रोल की गल की सी, पर हुण एक डैनिश संसद मैंबर ने इसका विरोध किया है। ट्रंप ते निशाना भी बिनिया है। ग्रीनलैंड दहाकिਆਂ ਤੋਂ ਹੀ ਡੈਨਮਾਰਕ ਦਾ ਹਿੱਸਾ ਰਿਹਾ ਹੈ। ਅਜਿਹੇ ਵਿੱਚ ਯੂਰੋਪੀਅਨ ਸੰਸਦ ਵਿੱਚ ਬੋਲਦਿਆਂ ਡੈਨਿਸ਼ ਸੰਸਦ ਮੈਂਬਰ ਐਂਡਰਸ ਵਿਸਟਿਸਨ ਨੇ ਕਿਹਾ ਹੈ ਕਿ ਪਿਆਰੇ ਰਾਸ਼ਟਰਪਤੀ ਟਰੰਪ ਧਿਆਨ ਨਾਲ ਸੁਣੋ, ਗ੍ਰੀਨਲੈਂਡ 800 ਸਾਲਾਂ ਤੋਂ ਡੈਨਮਾਰਕ ਦਾ ਹਿੱਸਾ ਰਿਹਾ ਹੈ। ਇਹ ਸਾਡੇ ਦੇਸ਼ ਦਾ ਇੱਕ ਅਨਿੱਖੜਵਾਂ ਅੰਗ ਹੈ। ਇਹ ਵਿਕਰੀ ਲਈ ਨਹੀਂ ਹੈ ਤੇ ਮੈਂ ਤੁਹਾਨੂੰ ਇਸ ਨੂੰ ਸਰਲ ਸ਼ਬਦਾਂ ਵਿੱਚ ਸਮਝਾਉਂਦਾ ਹਾਂ। ਇਸ ਤੋਂ ਬਾਅਦ ਐਂਡਰਸ ਨੇ ਟਰੰਪ ਦੀ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਵੀ ਕੀਤੀ। ਇਸ ਮਗਰੋਂ ਯੂਰੋਪੀਅਨ ਸੰਸਦ ਦੇ ਉਪ ਪ੍ਰਧਾਨ ਨਿਕੋਲ ਨੇ ਤੁਰੰਤ ਐਂਡਰਸ ਨੂੰ ਝਾੜ ਪਾਉਂਦਿਆਂ ਕਿਹਾ ਕਿ ਅਜਿਹੀ ਭਾਸ਼ਾ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਤੁਹਾਨੂੰ ਦੱਸ ਦਈਏ ਕਿ ਟਰੰਪ ਕਈ ਮੌਕਿਆਂ ਤੇ ਕਹਿ ਚੁੱਕੇ ਹਨ ਅਮਰੀਕਾ ਨੂੰ ਰਾਸ਼ਟਰੀ ਸੁਰੱਖਿਆ ਲਈ ਗ੍ਰੀਨਲੈਂਡ ਦੀ ਲੋੜ ਹੈ। ਅਜਿਹੀ ਸਥਿਤੀ ਵਿੱਚ ਗ੍ਰੀਨਲੈਂਡ ਤੇ ਅਮਰੀਕੀ ਕੰਟਰੋਲ ਬਹੁਤ ਮਹੱਤਵਪੂਰਨ ਹੈ। ਇਸ ਤੋਂ ਪਹਿਲਾਂ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਮੋਟਿੰਗਾ ਨੇ ਵੀ ਸਪਸ਼ਟ ਤੌਰ ਤੇ ਕਿਹਾ ਸੀ ਕਿ ਗ੍ਰੀਨਲੈਂਡ ਉਹਨਾਂ ਦੇ ਲੋਕਾਂ ਦਾ ਹੈ ਅਤੇ ਵਿਕਰੀ ਲਈ ਨਹੀਂ ਹੈ। ਅਮਰੀਕਾ ਨਾਲ ਕਾਰੋਬਾਰੀ ਜੰਗ ਦੀ ਤਿਆਰੀ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੈਨੇਡੀਅਨ ਰਾਜਾਂ ਦੇ ਪ੍ਰੀਮੀਅਰਸ ਵੱਲੋਂ ਮੁਲਕ ਦੇ ਲੋਕਾਂ ਨੂੰ ਦੇਸੀ ਚੀਜ਼ਾਂ ਖਰੀਦਣ ਦਾ ਸੱਦਾ ਦਿੱਤਾ ਗਿਆ। ਪ੍ਰਧਾਨ ਮੰਤਰੀ ਅਤੇ ਪ੍ਰੀਮੀਅਰਸ ਦਰਮਿਆਨ ਇੱਕ ਹੋਰ ਮੀਟਿੰਗ ਹੋਈ ਜਿਸ ਦੌਰਾਨ ਗੈਰ ਰਸਮੀ ਤੌਰ ਤੇ ਸਿਰਫ ਕੈਨੇਡੀਅਨਸ ਵਸਤਾਂ ਖਰੀਦਣ ਤੇ ਜ਼ੋਰ ਦਿੰਦੀ ਮੁਹਿੰਮ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਗਿਆ। ਕੌਂਸਲ ਆਫ ਫੈਡਰੇਸ਼ਨ ਦੇ ਮੌਜੂਦਾ ਮੁਖੀ ਅਤੇ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਇਹ ਦੱਸਿਆ ਕਿ ਅਮਰੀਕਾ ਵੱਲੋਂ ਟੈਕਸ ਦੇ ਰੂਪ ਵਿੱਚ ਵਸੂਲੇ ਜਾਣ ਵਾਲੇ ਹਰ ਡਾਲਰ ਉੱਤੇ ਬਰਾਬਰ ਦਾ ਟੈਕਸ ਲਾਉਣ ਦਾ ਸੁਝਾਅ ਉੱਭਰ ਕੇ ਸਾਹਮਣੇ ਆਇਆ। ਵਰਚੁਅਲ ਮੀਟਿੰਗ ਮਗਰੋਂ ਕੁਈਨਸ ਪਾਰਕ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਡਗ ਫੋਰਡ ਨੇ ਕਿਹਾ ਕਿ ਕੈਨੇਡਾ ਨੂੰ ਅਜਿਹੀ ਕਾਰਵਾਈ ਕਰਨੀ ਹੋਵੇਗੀ ਜੋ ਅਮਰੀਕਾ ਵਾਸੀਆਂ ਨੂੰ ਤਿੱਖੀ ਚੋਭ ਮਾਰੇ, ਜਿਵੇਂ ਕਿ ਟਰੰਪ ਦੇ ਟੈਕਸਾਂ ਨਾਲ ਕੈਨੇਡਾ ਵਾਸੀਆਂ ਦਾ ਨੁਕਸਾਨ ਹੋਵੇਗਾ। ਓਨਟਾਰੀਓ ਦੇ ਪ੍ਰੀਮੀਅਰ ਨੇ ਤਕੜੇ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਅਮਰੀਕਾ ਦੇ ਲੋਕਾਂ ਤੱਕ ਸੇਕ ਪਹੁੰਚਾ ਕੇ ਹੀ ਕੋਈ ਟੀਚਾ ਹਾਸਲ ਕੀਤਾ ਜਾ ਸਕਦਾ ਹੈ, ਕਿਉਂਕਿ ਰਿਪਬਲਿਕਨ ਪਾਰਟੀ ਦਾ ਸੰਸਦ ਦੇ ਦੋਹਾਂ ਸਦਨਾਂ ਵਿੱਚ ਬਹੁਮਤ ਹੈ ਅਤੇ ਇਸ ਨਾਲ ਰਿਪਬਲਿਕਨ ਗਵਰਨਰਸ ਦੀ ਗਿਣਤੀ ਵੀ ਵੱਧ ਬਣਦੀ ਹੈ। ਦੂਜੇ ਪਾਸੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੇ ਰਾਹ ਦੇ ਅੱਗੇ ਵਧਦਿਆਂ ਸਸਕੈਚੁਆਨ ਦੇ ਪ੍ਰੀਮੀਅਰ ਸਕੌਟ ਮੋ ਨੇ ਉਹ ਅਮਰੀਕਾ ਵਿਰੁੱਧ ਬਰਾਬਰੀ ਦੇ ਟੈਕਸ ਲਾਏ ਜਾਣ ਦੇ ਹੱਕ ਵਿੱਚ ਨਹੀਂ ਅਤੇ ਸਸਕੈਚੁਆਨ ਤੋਂ ਜਾਣ ਵਾਲੀਆਂ ਵਸਤਾਂ ਤੇ ਐਕਸਪੋਰਟ ਟੈਕਸ ਦਾ ਵੀ ਵਿਰੋਧ ਕਰਨਗੇ। ਇਸੇ ਦੌਰਾਨ ਡਗ ਫੋਰਡ ਵੱਲੋਂ ਘਰੇਲੂ ਪੱਧਰ ਤੇ ਮੁਕਤ ਵਪਾਰ ਦੀ ਵਕਾਲਤ ਕਰਦਿਆਂ ਸਾਰੇ ਅੜਿੱਕੇ ਖਤਮ ਕਰਨ ਦਾ ਸੱਦਾ ਦਿੱਤਾ ਗਿਆ। ਚਿੱਟਾ ਹਾਥੀ ਬਣ ਚੁੱਕੇ ਪ੍ਰੋਜੈਕਟਾਂ ਜਿਵੇਂ ਕਿ ਸੈਂਟਰਲ ਕੈਨੇਡਾ ਤੋਂ ਆਂਟੋਰੀਓ ਆਉਣ ਵਾਲੀ ਤੇਲ ਪਾਈਪਲਾਈਨ ਅਤੇ BC ਰਾਹੀਂ ਨਾਰਦਰਨ ਗੇਟਵੇ ਪ੍ਰੋਜੈਕਟ ਕੈਨੇਡਾ ਦੀ ਗੁਆਂਢੀ ਮੁਲਕ ਤੇ ਨਿਰਭਰਤਾ ਨੂੰ ਘਟਾ ਸਕਦਾ ਹੈ। ਪਾਕਿਸਤਾਨੀ ਸਰਕਾਰ ਨੇ ਸੋਸ਼ਲ ਮੀਡੀਆ ਤੇ ਆਪਣੀ ਪਕੜ ਮਜ਼ਬੂਤ ਕਰਨ ਲਈ ਇੱਕ ਵਿਵਾਦਪੂਰਨ ਨਵਾਂ ਕਾਨੂੰਨ ਲਾਗੂ ਕੀਤਾ ਹੈ, ਜਿਸ ਨੂੰ ਲੈ ਕੇ ਆਲੋਚਕਾਂ ਦਾ ਕਹਿਣਾ ਹੈ ਕਿ ਲੋਕਤੰਤਰੀ ਆਜ਼ਾਦੀਆਂ ਅਤੇ ਪ੍ਰਗਟਾਵੇ ਦੀ ਆਜ਼ਾਦੀ ਲਈ ਖਤਰਾ ਹੈ। ਪਾਕਿਸਤਾਨ ਦੇ ਅਖਬਾਰ ਦੇ ਅਨੁਸਾਰ ਇਹ ਕਾਨੂੰਨ ਵੀਰਵਾਰ ਨੂੰ ਸੰਸਦ ਦੇ ਹੇਠਲੇ ਸਦਨ 'ਚ ਪਾਸ ਕੀਤਾ ਗਿਆ ਸੀ, ਜਿਸ ਤੇ ਸਰਕਾਰ ਨੂੰ ਆਨਲਾਈਨ ਸਮੱਗਰੀ ਨੂੰ ਕੰਟਰੋਲ ਕਰਨ ਲਈ ਵਿਆਪਕ ਅਧਿਕਾਰ ਦਿੱਤੇ ਗਏ ਹਨ। ਨਵੇਂ ਕਾਨੂੰਨ ਤਹਿਤ ਸੋਸ਼ਲ ਮੀਡੀਆ ਕੰਪਨੀਆਂ ਲਈ ਸਰਕਾਰੀ ਨਿਯੰਤਰਿਤ ਅਥਾਰਟੀ ਨਾਲ ਰਜਿਸਟਰ ਹੋਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਪਾਕਿਸਤਾਨੀ ਸਰਕਾਰ ਕੋਲ ਗੈਰ ਕਾਨੂੰਨੀ ਅਤੇ ਇਤਰਾਜ਼ਯੋਗ ਸਮਝੀ ਗਈ ਸਮੱਗਰੀ ਨੂੰ ਤੁਰੰਤ ਬਲੌਕ ਕਰਨ ਦੀ ਸ਼ਕਤੀ ਹੋਵੇਗੀ। ਇਨ੍ਹਾਂ ਵਿੱਚ ਜੱਜਾਂ, ਫੌਜ ਜਾਂ ਸਰਕਾਰ ਦੀ ਆਲੋਚਨਾ ਵਰਗੇ ਵਿਸ਼ੇ ਸ਼ਾਮਲ ਹਨ। ਇਸ ਕਾਨੂੰਨ ਦੇ ਤਹਿਤ ਗਲਤ ਜਾਣਕਾਰੀ ਫੈਲਾਉਣਾ ਹੁਣ ਇੱਕ ਸਜ਼ਾਯੋਗ ਅਪਰਾਧ ਹੋਵੇਗਾ। ਦੋਸ਼ੀ ਪਾਏ ਜਾਣ ਤੇ 3 ਸਾਲ ਤੱਕ ਦੀ ਕੈਦ ਅਤੇ 20 ਲੱਖ ਪਾਕਿਸਤਾਨੀ ਰੁਪਏ ਯਾਨੀ ਕਿ $7,150 ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਵਿਰੋਧੀ ਧਿਰ ਦੇ ਇਸ ਕਾਨੂੰਨ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।
ਮਨੁੱਖੀ ਅਧਿਕਾਰ ਕਾਰਕੁਨ ਬਾਬਰ ਨੇ ਚੇਤਾਵਨੀ ਦਿੱਤੀ ਹੈ ਕਿ ਕਾਨੂੰਨ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਉਂਦਾ ਹੈ ਅਤੇ ਕਾਰਜਪਾਲਿਕਾ ਨੂੰ ਬਹੁਤ ਜ਼ਿਆਦਾ ਸ਼ਕਤੀਆਂ ਪ੍ਰਦਾਨ ਕਰਦਾ ਹੈ। ਵਿਰੋਧੀ ਧਿਰ ਦੇ ਨੇਤਾ ਉਮਰ ਅਯੂਬ ਖਾਨ ਨੇ ਕਾਨੂੰਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਆਪਣੇ ਸੰਵਿਧਾਨਕ ਅਧਿਕਾਰਾਂ ਲਈ ਖੜੇ ਹੋਣ ਵਾਲਿਆਂ ਦੀ ਆਵਾਜ਼ ਨੂੰ ਦਬਾਉਣ ਦੀ ਨੀਂਹ ਰੱਖ ਸਕਦਾ ਹੈ। ਇਸ ਦੇ ਨਾਲ ਹੀ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੇ ਇਸ ਕਾਨੂੰਨ ਦੇ ਵਿਰੋਧ 'ਚ ਸਰਕਾਰ ਨਾਲ ਗੱਲਬਾਤ ਖਤਮ ਕਰ ਦਿੱਤੀ। ਪੱਤਰਕਾਰਾਂ ਅਤੇ ਮੀਡੀਆ ਸੰਸਥਾਵਾਂ ਨੇ ਵੀ ਇਸ ਕਾਨੂੰਨ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟਾਈ ਹੈ। ਫੈਡਰਲ ਯੂਨੀਅਨ ਆਫ ਜਰਨਲਿਸਟ ਦੇ ਪ੍ਰਧਾਨ ਨੇ ਇਸ ਨੂੰ ਮੀਡੀਆ, ਸੋਸ਼ਲ ਮੀਡੀਆ ਅਤੇ ਪੱਤਰਕਾਰਾਂ ਨੂੰ ਦਬਾਉਣ ਦੀ ਕੋਸ਼ਿਸ਼ ਦੱਸਿਆ। ਹਾਲ ਹੀ ਵਿੱਚ ਇਰਾਕ 'ਚ ਇੱਕ ਵਿਵਾਦਪੂਰਨ ਬਦਲਾਅ ਕੀਤਾ ਗਿਆ ਹੈ, ਜਿਸ ਵਿੱਚ ਬਾਲ ਵਿਵਾਹ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਗਈ ਹੈ। ਹੁਣ ਕੁੜੀਆਂ 9 ਸਾਲ ਦੀ ਉਮਰ ਵਿੱਚ ਵਿਆਹ ਕਰਵਾ ਸਕਦੀਆਂ ਹਨ, ਜਦਕਿ ਪਹਿਲਾ ਵਿਆਹ ਦੀ ਘੱਟੋ-ਘੱਟ ਉਮਰ 18 ਸਾਲ ਸੀ। ਇਸ ਬਦਲਾਅ ਨੇ ਪੂਰੇ ਇਰਾਕ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ, ਕਿਉਂਕਿ ਇਸ ਦੇ ਵਿਨਾਸ਼ਕਾਰੀ ਪ੍ਰਭਾਵਾਂ ਬਾਰੇ ਚਿੰਤਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਹਨ। ਨਵੇਂ ਸੋਧੇ ਹੋਏ ਕਾਨੂੰਨ ਦੇ ਤਹਿਤ ਮੌਲਵੀਆਂ ਨੂੰ ਵਿਆਹ, ਤਲਾਕ ਅਤੇ ਬੱਚਿਆਂ ਦੀ ਦੇਖਭਾਲ ਵਰਗੇ ਪਰਿਵਾਰਕ ਮਾਮਲਿਆਂ ਤੇ ਫੈਸਲਾ ਲੈਣ ਦੀ ਸ਼ਕਤੀ ਦਿੱਤੀ ਗਈ ਹੈ। ਇਸ ਕਦਮ ਦਾ ਵਿਰੋਧ ਕਰਦੇ ਹੋਏ ਵਕੀਲ ਮੁਹੰਮਦ ਜੁਮਾ ਨੇ ਕਿਹਾ ਹੈ ਕਿ ਇਹ ਔਰਤਾਂ ਅਤੇ ਬੱਚਿਆਂ ਦੇ ਅਧਿਕਾਰਾਂ ਦੇ ਅੰਤ ਦਾ ਸੰਕੇਤ ਹੈ। ਇਸ ਦੌਰਾਨ ਇਰਾਕੀ ਪੱਤਰਕਾਰ ਸਾਜਾ ਹਾਸ਼ਿਮ ਨੇ ਕਿਹਾ ਹੈ ਕਿ ਇਹ ਕਾਨੂੰਨ ਔਰਤਾਂ ਦੇ ਭਵਿੱਖ ਨੂੰ ਖਤਰੇ 'ਚ ਪਾਉਂਦਾ ਹੈ ਤੇ ਉਹਨਾਂ ਨੂੰ ਡਰ ਹੈ ਕਿ ਉਹਨਾਂ ਦੀ ਜ਼ਿੰਦਗੀ ਮੌਲਵੀਆਂ ਦੇ ਹੱਥਾਂ 'ਚ ਹੋ ਜਾਵੇਗੀ। ਮਹਿਲਾ ਅਧਿਕਾਰ ਸਮੂਹਾਂ ਨੇ ਇਸ ਨਵੇਂ ਕਾਨੂੰਨ ਨੂੰ ਭਿਆਨਕ ਦੱਸਿਆ। ਉਹਨਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਇਰਾਕ ਦੇ 1959 ਦੇ ਨਿੱਜੀ ਸਥਿਤੀ ਕਾਨੂੰਨ ਨੂੰ ਕਮਜ਼ੋਰ ਕਰਦਾ ਹੈ, ਜਿਸ ਨੇ ਔਰਤਾਂ ਲਈ ਸੁਰੱਖਿਆ ਲਾਗੂ ਕੀਤੀ ਸੀ। ਮਨੁੱਖੀ ਅਧਿਕਾਰ ਕਾਰਕੁਨ ਇੰਤਜ਼ਾਰ ਅਲ ਮਿਆਲੀ ਨੇ ਇਸ ਕਾਨੂੰਨ ਨੂੰ ਬੱਚਿਆਂ ਦੇ ਜੀਵਨ ਦੇ ਅਧਿਕਾਰ ਦੀ ਉਲੰਘਣਾ ਦੱਸਿਆ ਅਤੇ ਕਿਹਾ ਕਿ ਔਰਤਾਂ ਲਈ ਤਲਾਕ, ਹਿਰਾਸਤ ਅਤੇ ਵਿਰਾਸਤ ਸੁਰੱਖਿਆ ਨੂੰ ਵੀ ਕਮਜ਼ੋਰ ਕਰੇਗਾ। ਇਹ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਜੀ ਪੰਜਾਬ ਮਿਲ USA TV ਦੇ ਨਾਲ। ਤੁਹਾਡੇ ਸਭ ਦਾ ਜੀ ਬਹੁਤ ਬਹੁਤ ਧੰਨਵਾਦ।